नहीं जाती, वो धरती नूं सिंजदी आ। उसे तरह जदों दा वर्ड, दा कलाम, दा वचन आउंदा आ, वो विरथा वापस नहीं जाता, वो खाली वापस नहीं जाता। तुहाडी लाइफां नूं सिंजदा, तुहाडीआं जिंदगियां, तुहाडे जीवनां नूं सिंजदा आ। आमीन। अज जिन्नियां सुक्कियां धरतियां आ, सुक्के जीवन ਉਹਦੇ वर्ड ਦੇ ਦੁਆਰਾ ਹਰੇ ਭਰੇ ਹੋ ਜਾਣ ਯਿਸੂ ਦੇ ਨਾਮ ਦੇ ਵਿੱਚ। ਉਹਦੇ वर्ड ਦੇ ਦੁਆਰਾ ਫਰੂਟਫੁਲ ਹੋ ਜਾਣ ਯਿਸੂ ਦੇ ਨਾਮ ਦੇ ਵਿੱਚ। ਆਮੀਨ। ਮੇਰੇ ਨਾਲ ਮਿਲ ਕੇ ਕਢੀਏ ਮਤੀ ਦੀ ਇੰਜੀਲ, ਗੋਸਪਲ ਆਫ ਮੈਥਿਊ, ਉਹਦਾ 4 ਅਧਿਆਇ, ਚੈਪਟਰ 4, ਮਤੀ 4 ਦੀ 17 ਪੜਾਂਗੇ ਆਪਾਂ। Matteo capitolo 4 versetto 17। ਇੱਥੇ ਲਿਖਿਆ, ਉਸੇ ਵੇਲੇ ਯਿਸੂ ਪ੍ਰਚਾਰ ਕਰਨ ਤੇ ਕਹਿਣ ਲੱਗਾ, ਭਈ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਸੇ ਵੇਲੇ ਯਿਸੂ ਮਸੀਹ ਕੀ ਕਹਿਣ ਲੱਗੇ? ਪ੍ਰਚਾਰ ਕਰਨ ਲੱਗੇ ਤੇ ਕਹਿਣ ਲੱਗੇ ਕਿ ਤੌਬਾ ਕਰੋ, ਮਨ ਫਿਰਾਓ, repent, for the kingdom of heaven at the near। Hallelujah। Hallelujah। Repent, मन फिराओ, तौबा करो क्योंकि स्वर्ग का राज नेड़े आया है। Hallelujah। Hallelujah। जिस तरह यीशु मसीह ने बैप्टिज्म लिया, बपतिस्मा लिया, पवित्र आत्मा की अगवाई के द्वारा 40 दिन की फास्टिंग दे विच गए, प्रेयर दे विच गए, ਤੇ ਜਿਸ ਤਰ੍ਹਾਂ ਹੀ ਉਸ 40 ਦਿਨ ਦੇ ਰੋਜ਼ਿਆਂ ਤੋਂ, ਪ੍ਰੇਅਰ ਤੋਂ ਬਾਹਰ ਨਿਕਲਦੇ ਆ ਕੇ ਪਹਿਲੀ ਗੱਲ ਇਹ ਕਹਿੰਦੇ ਆ ਕਿ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਕੀ ਆ? ਨੇੜੇ ਆਇਆ ਹੈ। ਹਾਲੇਲੂਇਆ। ਇਹਦਾ ਮਤਲਬ ਯਿਸੂ ਮਸੀਹ ਜਿਹੜੀ ਤਿਆਰੀ ਦੇ ਲਈ ਫਾਸਟਿੰਗ ਪ੍ਰੇਅਰ ਦੇ ਵਿੱਚ ਗਏ ਸੀ, ਜਿਹੜੇ ਮੇਨ ਮਕਸਦ ਦੇ ਲਈ, ਉਹ ਇਹ ਹੀ ਸੀਗਾ ਕਿ ਯਿਸੂ ਮਸੀਹ ਤੌਬਾ ਦਾ ਪ੍ਰਚਾਰ ਕਰਨ। ਹਾਲੇਲੂਇਆ। ਆਪਣੇ ਆਪ ਨੂੰ ਆਤਮਾ ਦੇ ਨਾਲ ਭਰਨ, ਆਪਣੇ ਆਪ ਨੂੰ ਸਾਮਰਥ ਨਾਲ ਭਰਨ, ਉਹ ਸਾਮਰਥ ਨਾਲ ਭਰ ਕੇ ਰਿਪੈਂਟ ਦਾ, ਤੌਬਾ ਦਾ, ਮਨ ਫਿਰਾਓ ਦਾ ਪ੍ਰਚਾਰ ਕਰਨ। ਹਾਲੇਲੂਇਆ। ਹਾਲੇਲੂਇਆ। ਤਾਂ ਕਿ ਲੋਕ ਆਪਣੇ ਮਨਾਂ ਨੂੰ ਫਿਰਾਉਣ, ਤੌਬਾ ਕਰਨ ਔਰ ਨਰਕ ਦੀ ਅੱਗ ਤੋਂ ਬਚ ਸਕਣ। ਹਾਲੇਲੂਇਆ। ਅਸੀਂ ਜਦੋਂ ਮਰਕੁਸ ਦੀ ਇੰਜੀਲ ਦਾ ਪਹਿਲਾ ਚੈਪਟਰ ਪੜ੍ਹਦੇ, ਲੂਕਾ ਦੇ ਵਿੱਚ ਪੜ੍ਹਦੇ ਆ, ਯੋਹਨਾ ਬਪਤਿਸਮਾ ਬਾਰੇ ਵੀ, ਦੇਣ ਦੇ ਬਾਰੇ ਵੀ ਲਿਖਿਆ ਹੋਇਆ। ਜਿੱਦਾਂ ਯੋਹਨਾ ਬਪਤਿਸਮਾ ਦੇਣ ਲੱਗਾ, ਬਾਈਬਲ 'ਚ ਲਿਖਿਆ ਉਹਨੇ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ। ਹਾਲੇਲੂਇਆ। ਉਹਨੇ ਵੀ ਤੌਬਾ ਦਾ ਹੀ ਕਿਹਾ, ਤੌਬਾ ਕਰਕੇ ਬਪਤਿਸਮਾ ਲਵੋ ਕਿਉਂਕਿ ਸਵਰਗ ਦਾ ਰਾਜ ਜਿਹੜਾ ਨੇੜੇ ਆਇਆ ਹੈ। ਹਾਲੇਲੂਇਆ। ਰਸੂਲਾਂ ਦੇ ਕਰਤੱਵ 3:19 ਪੜ੍ਹਦੇ ਜਦੋਂ, ਉੱਥੇ ਸੰਤ ਪਤਰਸ, ਆਪਾਂ ਪੜ੍ਹਦੇ ਆ ਰਸੂਲਾਂ ਦੇ ਕਰਤੱਵ Atti capitolo 3 versetto 19। ਰਸੂਲਾਂ ਦੇ ਕਰਤੱਵ 3 ਅਧਿਆਏ ਉਹਦੀ 19 ਆਇਤ। ਇੱਥੇ ਲਿਖਿਆ, ਇਸ ਲਈ ਤੌਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਆਮੀਨ। ਅਜ਼ੀਜ਼ੋ, ਜਿੰਦੇ ਖੁਦਾ ਦੇ ਦਾਸ, ਪਰਮੇਸ਼ਵਰ ਦੇ ਦਾਸ, ਈਵਨ ਯਿਸੂ ਮਸੀਹ ਨੇ ਵੀ, ਪਰਮੇਸ਼ਵਰ ਨੇ ਖੁਦ ਵੀ ਆ ਕੇ ਸਭ ਤੋਂ ਪਹਿਲਾਂ ਇਹੀ ਪ੍ਰਚਾਰ ਕੀਤਾ, ਬੇਸਿਕਲੀ ਜਿਹੜਾ ਕਿ ਤੌਬਾ ਕਰੋ, ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਕੀ ਆ? ਨੇੜੇ ਆਇਆ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ, ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਦੇ ਦਿੱਤਾ, ਤਾਂ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਵੇ। ਆਮੀਨ। ਔਰ ਉਹ ਅਨੰਤ ਜੀਵਨ ਕੀ ਆ? ਹਾਲੇਲੂਇਆ। ਸਵਰਗ ਦੇ ਵਿੱਚ ਅਸੀਂ ਜਾਣਾ ਆ। ਯਿਸੂ ਮਸੀਹ ਤੁਹਾਨੂੰ ਮੁਕਤੀ ਦੇਣ ਦੇ ਲਈ ਆਏ ਆ। ਅੱਜ ਲੋਕ ਮੋਕਸ਼, ਮੁਕਤੀ, ਸਲਵੇਸ਼ਨ ਲੱਭਣ ਦੇ ਲਈ ਟੱਕਰਾਂ ਮਾਰ ਰਹੇ ਆ। ਕੋਈ ਜੰਗਲਾਂ ਪਹਾੜਾਂ ਵਿੱਚ, ਕੋਈ ਕਿਸੇ ਨੇ ਆਪਣੀ ਫੈਮਿਲੀ ਤਿਆਗ ਦਿੱਤੀ ਆ ਕਿ ਮੈਂ ਮੋਕਸ਼ ਪਾ ਲਵਾਂ, ਮੈਂ ਮੁਕਤੀ ਪਾ ਲਵਾਂ। ਕੋਈ ਬਹੁਤ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਆ। ਲੇਕਿਨ ਬਾਈਬਲ ਦੱਸਦੀ ਆ, ਰਸੂਲਾਂ ਦੇ ਕਿਤਾਬ ਵਿੱਚ ਦੱਸਦੇ ਆ, ਆਤੀ ਦੇ ਵਿੱਚ ਕਿ ਕਿਸੇ ਦੂਏ ਤੋਂ ਮੁਕਤੀ ਨਹੀਂ। ਕੀ ਕਹਿੰਦੀ? ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਆਮੀਨ। ਆਮੀਨ। ਜਿਸ ਮੇਰੇ ਭਾਈ, ਮੇਰੀ ਭੈਣ, ਜਿਸ ਮੋਕਸ਼, ਜਿਸ ਮੁਕਤੀ, ਸਲਵੇਸ਼ਨ ਦੀ ਭਾਲ ਦੇ ਵਿੱਚ ਤੁਸੀਂ ਆ,
ਹਾਲੇਲੂਇਆ। ਉਹ ਇੱਕੋ ਹੀ ਨਾਮ ਦੇ ਵਿੱਚ ਉਹ ਨਾਮ ਆ ਯਿਸੂ ਨਾਮ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਕਿਹਾ ਤੌਬਾ ਕਰੋ ਕਿਉਂਕਿ स्वर्ग ਦਾ ਰਾਜ ਨੇੜੇ ਆਇਆ। ਮੀਨਸ ਕਿ ਉਸ ਮੁਕਤੀ ਉਸ ਮੋਕਸ਼ ਨੂੰ ਲੈਣ ਦੇ ਲਈ ਸਾਨੂੰ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਪੈਣਾ ਹੈ। ਕਿਉਂਕਿ ਬਾਈਬਲ 'ਚ ਯਿਸੂ ਮਸੀਹ ਨੇ ਕਿਹਾ ਰਾਹ ਸੱਚ ਤੇ ਜੀਵਨ ਮੈਂ ਹਾਂ, ਮੇਰੇ ਤੋਂ ਬਿਨਾ ਕੋਈ ਪਿਤਾ ਦੇ ਕੋਲ ਆ ਨਹੀਂ ਸਕਦਾ। ਬਹੁਤ ਵਾਰੀ ਲੋਕ ਪੜ੍ਹਦੇ ਆ ਜਾਂ ਕੋਟ ਕਰਦੇ ਵਰਸ ਨੂੰ, ਕਹਿੰਦੇ ਬਹੁਤ ਵਾਰੀ ਤਾਂ ਕਹਿੰਦੇ ਕਿ ਯਿਸੂ ਮਸੀਹ ਕਹਿੰਦਾ ਰਾਹ ਸੱਚ ਤੇ ਜੀਵਨ ਮੈਂ ਹਾਂ, ਮੇਰੇ ਤੋਂ ਬਿਨਾ ਕੋਈ ਪਿਤਾ ਦੇ ਕੋਲ ਜਾ ਨਹੀਂ ਸਕਦਾ। ਲੇਕਿਨ ਬਾਈਬਲ 'ਚ ਇਦਾਂ ਨਹੀਂ ਲਿਖਿਆ ਜਾ ਨਹੀਂ ਸਕਦਾ, ਬਾਈਬਲ 'ਚ ਲਿਖਿਆ ਆ ਨਹੀਂ ਸਕਦਾ। ਹਾਲੇਲੂਇਆ। ਮੈਂ ਕਹਾਂ ਉੱਥੇ ਨਹੀਂ ਜਾ ਸਕਦਾ ਕੋਈ, ਮੀਨਸ ਕਿ ਹਜੇ ਮੈਂ ਵੀ ਨਹੀਂ ਗਿਆ। ਜੇ ਮੈਂ ਕਹਿੰਦਾ ਕੋਈ ਇੱਥੇ ਨਹੀਂ ਆ ਸਕਦਾ ਜਾਂ ਆ ਸਕਦਾ, ਇਹਦਾ ਮਤਲਬ ਮੈਂ ਇੱਥੇ ਹੈਗਾ ਆ। ਹਾਲੇਲੂਇਆ। ਯਿਸੂ ਮਸੀਹ ਉੱਥੇ ਕੋਈ ਆ ਨਹੀਂ ਸਕਦਾ ਕਿਉਂਕਿ ਯਿਸੂ ਮਸੀਹ ਉੱਥੇ ਆ। ਮੇਰੇ ਤੋਂ ਬਿਨਾਂ ਕਹਿੰਦੇ ਕੋਈ ਉੱਥੇ ਆ ਨਹੀਂ ਸਕਦਾ। ਹਾਲੇਲੂਇਆ। ਔਰ ਉਸ ਤੌਬਾ ਮਨ ਫਿਰਾਉਣ ਦਾ ਪ੍ਰਚਾਰ ਜਿਹੜਾ ਯਿਸੂ ਮਸੀਹ ਨੇ ਕੀਤਾ, ਉਹ ਕਿੱਦਾਂ ਮਿਲਣਾ? ਮਨ ਫਿਰਾਉਣਾ ਪਾਪਾਂ ਤੋਂ ਮੁਕਤੀ ਦੇ ਲਈ। ਔਰ ਮੁਕਤੀ ਉਧਾਰ ਕੀ ਆ? ਉਧਾਰ ਜਿਹੜਾ ਵਾ, ਅਸੀਂ ਸਭ ਤੋਂ ਪਹਿਲਾਂ ਕੀ ਬੇਸਿਕਲੀ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਆ, ਆਪਣਾ ਮਨ ਫਿਰਾਉਂਦੇ ਆ, ਆਪਣੇ ਪਾਪਾਂ ਦਾ ਇਕਰਾਰ ਕਰਦੇ, ਪਾਪਾਂ ਤੋਂ ਆਪਣਾ ਮਨ ਫਿਰਾ ਲੈਂਦੇ ਆ, ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਆ, ਸਭ ਤੋਂ ਪਹਿਲਾਂ ਕਿ ਅਸੀਂ ਸਵਰਗ ਰਾਜ ਦੇ ਅਧਿਕਾਰੀ ਹੁੰਨੇ ਆ। ਹਾਲੇਲੂਇਆ। ਹਾਲੇਲੂਇਆ। ਤੇ ਸੈਕਿੰਡ, ਉਸ ਮੁਕਤੀ ਨੂੰ, ਉਸ ਉਧਾਰ ਨੂੰ, ਉਸ ਸਲਵੇਸ਼ਨ ਨੂੰ ਤੁਸੀਂ ਇਸ ਧਰਤੀ ਤੇ ਰਹਿੰਦੇ ਹੋਏ ਵੀ ਐਕਸਪੀਰੀਅੰਸ ਕਰਦੇ ਆ। ਹਾਲੇਲੂਇਆ। ਹਾਲੇਲੂਇਆ। ਫਿਰ ਦੇਖਦੇ ਤੁਹਾਡੇ ਬੰਧਨ ਟੁੱਟਦੇ ਆ, ਤੁਹਾਡੇ ਸ਼ਰਾਪ ਟੁੱਟਦੇ ਆ। ਬਾਈਬਲ ਵਿੱਚ ਜਿਹਨੇ ਮਸੀਹ ਦੇ ਵਿੱਚ ਆਓ ਕੀ ਆ? ਨਵੀਂ ਸ੍ਰਿਸ਼ਟੀ। ਹਾਲੇਲੂਇਆ। ਔਰ ਇਹ ਨਵੀਂ ਸ੍ਰਿਸ਼ਟੀ ਵਾਲੇ ਕੈਟਾਗਰੀ ਦੇ ਵਿੱਚ ਅਸੀਂ ਕਦੋਂ ਐਂਟਰ ਹੁੰਨੇ ਆ? ਜਦੋਂ ਅਸੀਂ ਮਨ ਫਿਰਾ ਕੇ ਯਿਸੂ ਮਸੀਹ ਨੂੰ ਕਬੂਲ ਕਰਦੇ ਆ, ਤੌਬਾ ਕਰਕੇ ਯਿਸੂ ਮਸੀਹ ਦੇ ਨਾਮ ਦੇ ਉੱਤੇ ਕਿ ਯਿਸੂ ਮਸੀਹ ਹੀ ਮੁਕਤੀ ਦਾਤਾ ਆ, ਯਿਸੂ ਮਸੀਹ ਦੇ ਦੁਆਰਾ ਹੀ ਮੇਰੀ ਮੁਕਤੀ ਆ, ਮੈਂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦਾ ਵਾਂ ਜਾਂ ਕਰਦੀ ਵਾਂ। ਇਹ ਚੀਜ਼ ਕਰਕੇ ਅਸੀਂ ਕੀ ਆ? ਫਿਰ ਨਵੀਂ ਸ੍ਰਿਸ਼ਟੀ ਦੇ ਵਿੱਚ ਐਂਟਰ ਹੋ ਜਾਂਦੇ ਆ। ਹਾਲੇਲੂਇਆ। ਤੇ ਬਾਈਬਲ ਦੱਸਦੀ ਕਿ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟੀ, ਪੁਰਾਣੀਆਂ ਗੱਲਾਂ ਬੀਤ ਗਈਆਂ। ਉਹ ਸਜ਼ਾ ਦਾ ਹੁਕਮ ਸਾਡੇ ਤੋਂ ਟਲ ਗਿਆ, ਉਹ ਨਰਕ ਦੀ ਅੱਗ ਸਾਡੇ ਤੋਂ ਟਲ ਗਈ, ਉਹ ਸ਼ਰਾਪ ਸਾਡੇ ਤੋਂ ਟੁੱਟ ਗਏ, ਉਹ ਕਰਜ਼ੇ ਦੇ ਆਤਮਾ ਸਾਨੂੰ ਛੱਡ ਕੇ ਚਲੇ ਗਏ, ਉਹ ਬਿਮਾਰੀਆਂ ਸਾਨੂੰ ਛੱਡ ਕੇ ਚਲੀਆਂ ਗਈਆਂ, ਕਿਉਂਕਿ ਅਸੀਂ ਹੁਣ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟੀ ਹੋ ਗਏ ਆ। ਆਮੀਨ। ਲੇਕਿਨ ਇਹ ਸਭ ਕੁਝ ਲੈਣ ਦੇ ਲਈ ਸਾਨੂੰ ਪਹਿਲਾਂ ਕੀ ਆ? ਆਪਣਾ ਮਨ ਫਿਰਾਓ ਕਰਨ ਦੀ ਲੋੜ ਆ, ਤੌਬਾ ਕਰਕੇ ਯਿਸੂ ਮਸੀਹ ਨੂੰ ਕਬੂਲ ਕਰਨ ਦੀ ਲੋੜ ਆ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਸੀਂ ਤਾਂ ਜੋ ਤੁਸੀਂ ਬਾਈਬਲ ਨੂੰ ਗੌਰ ਨਾਲ ਪੜ੍ਹਦੇ ਆ, ਯਿਸੂ ਮਸੀਹ ਦੀ ਮਿਨਿਸਟਰੀ ਦੇ ਵਿੱਚ ਸਾਇੰਸ ਵੰਡਰਸ ਦੇ ਨਾਲ ਭਰੀ ਹੋਈ ਆ, ਮਿਰਕਲਸ ਦੇ ਨਾਲ। ਪੌਲਸ, ਪਤਰਸ, ਲੇਕਿਨ ਉਹਦਾ ਜਿਹੜਾ ਮੇਨ ਮਿਸ਼ਨ ਸੀਗਾ ਉਹ ਇਹੀ ਸੀਗਾ ਕਿ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਕੀ ਆ? ਨੇੜੇ ਆਇਆ। ਤੁਸੀਂ ਹੀਲਿੰਗ, ਡਿਲੀਵਰੈਂਸ, ਸਭ ਕੁਝ ਬਰਕਤਾਂ ਲੈ ਕੇ ਵੀ ਅਗਰ ਨਰਕ ਦੇ ਵਿੱਚ ਚਲੇ ਜਾਂਦੇ ਆ ਤੇ ਉਹਨਾਂ ਬਰਕਤਾਂ ਦਾ ਕੋਈ ਫਾਇਦਾ ਨਹੀਂ। ਹਾਲੇਲੂਇਆ। ਮੀਨਸ ਕਿ ਤੁਸੀਂ ਮਸੀਹ ਦੇ ਵਿੱਚ ਆਉਂਦੇ ਆ, ਪਰਮੇਸ਼ਵਰ ਤੁਹਾਨੂੰ ਬਿਮਾਰੀ ਤੋਂ ਹੀਲ ਕਰ ਦਿੱਤਾ, ਤੁਹਾਨੂੰ ਕਰਜ਼ੇ ਤੋਂ ਮੁਕਤ ਕਰ ਦਿੱਤਾ, ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦਿੱਤਾ, ਲੇਕਿਨ ਤੁਸੀਂ ਆਪਣਾ ਮਨ ਨਹੀਂ ਫਿਰਾਇਆ ਹੁਣ ਪਾਪਾਂ ਤੋਂ, ਤੇ ਫਿਰ ਤੁਸੀਂ ਨਰਕ ਦੇ ਵਿੱਚ ਚਲੇ ਜਾਂਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ। ਉਸ ਹੀਲਿੰਗ ਦਾ, ਉਸ ਡਿਲੀਵਰੈਂਸ ਦਾ, ਉਸ ਬਰਕਤ ਦਾ ਫਿਰ ਕੋਈ ਵੀ ਫਾਇਦਾ ਨਹੀਂ ਗਾ। ਲਾਜ਼ਰ ਬਿਮਾਰੀ ਦੀ ਹਾਲਤ ਦੇ ਵਿੱਚ ਇਸ ਧਰਤੀ ਤੋਂ ਚਲਿਆ ਗਿਆ, ਲੇਕਿਨ ਉਹ ਪਰਮੇਸ਼ਵਰ ਦੇ ਨਾਲ ਚੱਲਦਾ ਗਿਆ, ਉਹਦੇ ਵਚਨ ਤੇ ਪ੍ਰਤੀਤ ਕਰਦਾ, ਉਹਦੇ ਵਚਨ ਨੂੰ ਪੂਰਾ ਕਰਦਾ ਹੋਇਆ ਇਸ ਧਰਤੀ ਤੋਂ ਗਿਆ, ਤੇ ਬਾਈਬਲ ਦੇ ਵਿੱਚ ਉਹ ਸਵਰਗ ਦੇ ਵਿੱਚ ਗਿਆ, ਆਰਾਮ ਵਾਲੀ ਜਗ੍ਹਾ ਤੇ ਗਿਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਗਰ ਪਰਮੇਸ਼ਵਰ ਦੇ ਵਿੱਚ, ਪਰਮੇਸ਼ਵਰ ਸਵਰਗ ਦੇ ਵਿੱਚ ਜਾ ਕੇ ਤੁਹਾਨੂੰ ਬਰਕਤ ਦੇਵੇਗਾ, ਬਲੈਸ ਕਰੇਗਾ, ਇੱਥੇ ਤੁਹਾਨੂੰ ਦੁੱਖੀ ਚੱਲਣਾ ਪੈਣਾ। ਨੋ। ਅਬਰਾਹਮ ਆਪਣੇ ਸਮੇਂ ਦੇ ਵਿੱਚ ਆਪਣੇ ਏਰੀਏ ਦਾ, ਆਪਣੀ ਕੰਟਰੀ ਦਾ ਸਭ ਤੋਂ ਰਿਚ ਮੈਨ ਸੀ। ਹਾਲੇਲੂਇਆ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਕੀ ਕਿਹਾ ਸੀ? ਲਾਜ਼ਰ ਬਾਪ ਅਬਰਾਹਮ ਦੀ ਗੋਦ ਦੇ ਵਿੱਚ ਗਿਆ। ਸਵਰਗ ਨੂੰ ਯਿਸੂ ਮਸੀਹ ਨੇ ਪਿਤਾ ਅਬਰਾਹਮ ਦੀ ਗੋਦ ਦੱਸਿਆ। ਹਾਲੇਲੂਇਆ। 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 ਹਾਲੇਲੂਇਆ।
ਅਸੀਂ ਅੱਜ ਲੋੜ ਆ ਸਾਨੂੰ ਮਨ ਫਿਰਾਓ ਕਰਨ ਦੀ, ਰਿਪੈਂਟ ਕਰਨ ਦੀ, ਤੌਬਾ ਕਰਨ ਦੀ। ਮੀਨਸ ਕਿ ਤੁਸੀਂ ਕਹਿ ਸਕਦੇ ਕਿ ਮੈਂ ਅੱਜ ਤੋਂ 10 ਸਾਲ ਪਹਿਲਾਂ, 5 ਸਾਲ ਪਹਿਲਾਂ, 2 ਸਾਲ ਪਹਿਲਾਂ ਤੌਬਾ ਕਰਕੇ ਬਪਤਿਸਮਾ ਲੈ ਲਿਆ ਸੀਗਾ। ਅਸੀਂ ਜੋ ਇੰਪੋਰਟੈਂਟ ਇਹ ਆ, ਤੌਬਾ ਕਰਕੇ ਜਦੋਂ ਬਪਤਿਸਮਾ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਕਿੰਨਾ ਪਰਮੇਸ਼ਵਰ ਦੇ ਨਾਲ ਚੱਲੇ ਆ, ਕਿੰਨਾ ਉਹਦੇ ਵਚਨ ਨੂੰ ਪੂਰਾ ਕੀਤਾ ਆ। ਹਾਲੇਲੂਇਆ। ਤੌਬਾ ਕਰਕੇ ਬਪਤਿਸਮਾ ਲੈ ਕੇ ਉਸ ਤੋਂ ਬਾਅਦ ਤੁਸੀਂ ਸਟਿਲ ਪਾਪ ਦੇ ਵਿੱਚ ਆ, ਹਜੇ ਵੀ ਨਸ਼ਿਆਂ ਦੇ ਵਿੱਚ ਆ, ਵਿਭਾਚਾਰ ਦੇ ਵਿੱਚ ਆ। ਅੱਜ ਤੁਹਾਨੂੰ ਨਵੇਂ ਸਿਰੇ ਤੋਂ ਤੌਬਾ ਕਰਨ ਦੀ ਲੋੜ ਆ। ਹਾਲੇਲੂਇਆ, 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 ਹਾਲੇਲੂਇਆ। ਤੌਬਾ ਦਾ ਮਤਲਬ ਕੋਈ ਰੀਤ ਪੂਰਾ ਕਰਨ ਨਹੀਂ, ਕੋਈ ਇੱਕ ਕੋਈ ਸਿਧਾਂਤ ਵਾ ਉਹਨੂੰ ਪੂਰਾ ਕਰ ਲੈਣਾ, ਕੋਈ ਇੱਕ ਟ੍ਰੈਡੀਸ਼ਨਲ ਚੀਜ਼ ਵਾ ਉਹਨੂੰ ਪੂਰੀ ਕਰ ਲੈਣੀ। ਪਾਸਟਰ ਸਾਹਿਬ ਨੇ ਅੱਗੇ ਬੋਲਿਆ, ਤੁਸੀਂ ਪਿੱਛੇ ਬੋਲਤਾ ਨਾ ਭਾਈ। ਮਨ ਫਿਰਾਉਣਾ। ਹਾਲੇਲੂਇਆ, ਹਾਲੇਲੂਇਆ। ਤੌਬਾ ਕਰੋ, ਮਨ ਫਿਰਾਓ। ਅਗਰ ਤੁਸੀਂ ਮਨ ਨਹੀਂ ਫਿਰਾਇਆ ਨਸ਼ੇ ਤੋਂ, ਵਿਭਾਚਾਰ ਤੋਂ, ਪਾਪ ਤੋਂ, ਚੋਰੀ ਤੋਂ, ਅੱਜ ਤੁਹਾਨੂੰ ਮਨ ਫਿਰਾਓ ਕਰਨ ਦੀ ਲੋੜ ਆ। ਹਾਲੇਲੂਇਆ। ਕਿਉਂਕਿ ਸਵਰਗ ਦੇ ਰਾਜ ਦੇ ਵਿੱਚ ਕਿਹੜੇ ਜਾਣੇ ਆ ਜਿਨ੍ਹਾਂ ਨੇ ਮਨ ਫਿਰਾਇਆ ਹੋਇਆ ਆ। ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ। ਹਾਲੇਲੂਇਆ। ਐਸੀ ਤੌਬਾ ਜਿਹੜੀ ਤੌਬਾ ਕਰਕੇ ਵੀ ਤੁਸੀਂ ਪਾਪ ਦੇ ਵਿੱਚ ਆ, ਬਪਤਿਸਮਾ ਵੀ ਲੈ ਲਿਆ ਵਾ, ਤੁਸੀਂ ਸਵਰਗ ਦੇ ਵਿੱਚ ਨਹੀਂ ਜਾਓਗੇ। ਹਾਲੇਲੂਇਆ। ਜੋ ਆਪਣੇ ਮਨ ਨੂੰ ਫਿਰਾ ਕੇ ਬਪਤਿਸਮਾ ਲੈ ਕੇ ਪਰਮੇਸ਼ਵਰ ਦੇ ਨਾਲ ਚੱਲੋਗੇ, ਹਾਲੇਲੂਇਆ, ਫਿਰ ਦੇਖੋਗੇ ਉਹਦੇ ਛੁਟਕਾਰੇ, ਉਹਦੇ ਉद्धार ਨੂੰ ਆਪਣੀ ਲਾਈਫ ਦੇ ਵਿੱਚ, ਇਸ ਧਰਤੀ ਤੇ ਵੀ, ਉਸ ਤੋਂ ਬਾਅਦ ਅਸੀਂ ਹੈਵਨ ਦੇ ਵਿੱਚ ਵੀ ਉਸ ਚੀਜ਼ ਨੂੰ ਦੇਖਾਂਗੇ। ਆਮੀਨ। ਉਸ ਤੋਂ ਵੱਡੀਆਂ ਬਲੇਸਿੰਗ ਨੂੰ ਹੈਵਨ ਦੇ ਵਿੱਚ ਦੇਖਾਂਗੇ। ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਐਸੀਆਂ ਬਰਕਤਾਂ, ਐਸੀਆਂ ਚੀਜ਼ਾਂ ਆਪਣੇ ਮੰਨਣ ਵਾਲਿਆਂ ਦੇ ਲਈ ਤਿਆਰ ਕੀਤੀਆਂ ਵਾ ਜਿਹੜੀਆਂ ਕਿਸੇ ਅੱਖ ਨੇ ਦੇਖੀਆਂ ਨਹੀਂ, ਕਿਸੇ ਕੰਨ ਨੇ ਸੁਣੀਆਂ ਨਹੀਂ। ਹਾਲੇਲੂਇਆ। ਅਸੀਂ ਜੋ ਬਾਈਬਲ ਦੱਸਦੀ ਕੱਲ ਦਾ ਇਤਬਾਰ ਨਾ ਕਰ, ਕੱਲ ਦਾ ਗਰਵ ਨਾ ਕਰ। ਬਹੁਤ ਸਾਰੇ ਅਸੀਂ ਕਹਿੰਦੇ ਨਹੀਂ ਮੈਂ ਮਨ ਫਿਰਾਉਣਾ। ਬਹੁਤ ਸਾਰੇ ਮੈਂ ਦੇਖਦਾ, ਆਪਣੇ ਐਕਸਪੀਰੀਅੰਸ ਦੱਸਦਾ ਮੈਂ ਤੁਹਾਨੂੰ। ਲੋਕਾਂ ਨੂੰ ਕਹਿੰਦੇ ਜੀ ਪ੍ਰਭੂ ਨੂੰ ਕਬੂਲ ਕਰ ਲਓ, ਹੁਣ ਤੁਹਾਨੂੰ 6 ਮਹੀਨੇ ਹੋ ਗਏ ਜੀ, ਤੁਹਾਨੂੰ 2 ਸਾਲ ਹੋ ਗਿਆ ਵਚਨ ਦੱਸਦਿਆਂ ਨੂੰ। ਉਹ ਨਹੀਂ ਮੈਂ ਬਸ ਜਦੋਂ ਨਾ ਤੌਬਾ ਕਰਨੀ ਆ ਮੈਂ ਫਿਰ ਪੂਰਾ ਚੱਲਣਾ ਵਾ, ਹਜੇ ਕੁਛ ਚੀਜ਼ਾਂ ਹੈਗੀਆਂ ਮੈਂ ਹਜੇ ਤਾਂ ਨਹੀਂ ਤੌਬਾ ਕਰਦਾ। ਬਾਈਬਲ ਦੱਸਦੀ ਕੱਲ ਦਾ ਇਤਬਾਰ ਨਾ ਕਰ। ਹਾਲੇਲੂਇਆ। ਜੇ ਅੱਜ ਹੀ ਰਾਤ ਯਿਸੂ ਮਸੀਹ ਆ ਜਾਂਦੇ ਆ ਤੇ ਇੱਕ ਗੱਲ ਨੂੰ ਯਾਦ ਰੱਖੋ, ਉਹ ਜਿਹਨੇ ਜੀ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ ਉਹ ਸਵਰਗ ਦੇ ਵਿੱਚ ਨਹੀਂ ਜਾਵੇਗਾ, ਕੋਈ ਆਪਸ਼ਨ ਨਹੀਂਗਾ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਅੱਜ ਹੀ ਆਪਣਾ ਮਨ ਫਿਰਾਉਣ ਦੀ ਲੋੜ ਆ ਔਰ ਤੌਬਾ ਕਰਨ ਦੀ ਲੋੜ ਆ। ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਨ ਦੀ ਲੋੜ ਆ। ਆਮੀਨ, ਆਮੇਨ। ਜਿਹੜਾ ਅਗਰ ਤੁਸੀਂ ਇਹ ਚੀਜ਼ ਨੂੰ ਰੱਖੋਗੇ ਨਹੀਂ ਮੈਂ ਜਦੋਂ ਤੌਬਾ ਕਰਨੀ ਆ ਮੈਂ ਫਿਰ ਪੂਰਾ ਚੱਲਣਾ ਵਾ, ਹਜੇ ਮੈਂ ਪੂਰਾ ਚੱਲ ਨਹੀਂ ਹੋਣਾ, ਮੈਂ ਤਾਂ ਨਹੀਂ ਤੌਬਾ ਕਰਦਾ, ਸ਼ੈਤਾਨ ਨੇ ਤੁਹਾਨੂੰ ਸਾਰੀ ਉਮਰ ਤੌਬਾ ਕਰਨ ਨਹੀਂ ਦੇਣੀ। ਉਹਨੇ ਤੁਹਾਨੂੰ ਇਸੇ ਧੋਖੇ ਵਿੱਚ ਰੱਖਣਾ। ਬਾਈਬਲ 'ਚ ਸ਼ੈਤਾਨ ਨੂੰ ਡਿਸੀਵਰ, ਧੋਖੇਬਾਜ਼ ਕਿਹਾ ਗਿਆ ਆ। ਹਾਲੇਲੂਇਆ। ਵੈਰੀ ਦੀ ਸਾਰੀ ਤਾਕਤ ਤੁਹਾਡੇ ਲਾਈਫ ਵਿੱਚ ਟੁੱਟੇ, ਉਹਦੀ ਹਰ ਚਾਲ ਦਾ, ਹਰ ਟ੍ਰੈਪ, ਹਰ ਫਾਈਟ ਤੁਹਾਡੇ ਲਾਈਫ ਵਿੱਚ ਟੁੱਟੇ। ਇਸ ਦੇ ਨਾਮ ਅੱਜ ਦਾ ਵਰਡ ਤੁਹਾਡੇ ਮਨਾਂ ਨੂੰ ਚੇਂਜ ਕਰੇ, ਅੱਜ ਦਾ ਵਰਡ ਤੁਹਾਡੀਆਂ ਜ਼ਿੰਦਗੀਆਂ ਨੂੰ ਚੇਂਜ ਕਰੇ। ਆਮੀਨ। ਸੋ ਏਦਾਂ ਨਹੀਂ ਕਰਨਾ, ਨਹੀਂ ਮੈਂ ਤੌਬਾ ਉਦੋਂ ਕਰਨੀ ਆ ਜਦੋਂ ਮੈਂ ਪੂਰਾ ਚੱਲਣ ਦਾ ਮਨ ਬਣਾ ਲਿਆ। ਅੱਜ ਹੀ ਮਨ ਬਣਾ। ਹਾਲੇਲੂਇਆ। ਪਤਰਸ ਤੇ ਅੰਦਰਿਆਸ ਨੇ ਕਿਤੇ ਯਿਸੂ ਮਸੀਹ ਨੂੰ ਦੇਖਿਆ, ਬਾਈਬਲ 'ਚ ਲਿਖਿਆ ਉਹਨੇ ਆਪਣੇ ਜਾਲ ਛੱਡੇ ਤੇ ਯਿਸੂ ਮਸੀਹ ਦੇ ਪਿੱਛੇ ਤੁਰ ਪਏ। ਹਾਲੇਲੂਇਆ। ਮੱਤੀ ਬੈਠਾ ਸੀ, ਚੁੰਗੀ ਲੈ ਰਿਹਾ ਸੀ, ਜਿੱਦਾਂ ਹੀ ਯਿਸੂ ਮਸੀਹ ਨਾਲ ਇਨਕਾਊਂਟਰ ਹੋਇਆ ਸਭ ਕੁਝ ਛੱਡ ਕੇ ਯਿਸੂ ਮਸੀਹ ਦੇ ਮਗਰ ਉਹ ਤੁਰਿਆ। ਹਾਲੇਲੂਇਆ। ਹਾਲੇਲੂਇਆ। ਅਗਰ ਤੁਸੀਂ ਐਕਸਕਿਊਜ਼ ਲੈ ਕੇ ਚੱਲੋਗੇ, ਬਹਾਨੇ ਲੈ ਕੇ ਚੱਲੋਗੇ, ਸ਼ੈਤਾਨ ਨੇ ਸਾਰੀ ਉਮਰ ਤੁਹਾਡਿਆਂ ਹੀ ਬਹਾਨਿਆਂ ਨੂੰ ਤੁਹਾਡੇ ਹੀ ਅੰਗੇਸਟ ਵਰਤਣਾ ਆ। ਹਾਲੇਲੂਇਆ। ਹਾਲੇਲੂਇਆ। ਅੱਛਾ ਦੇਖੋ ਉਹਦਾ ਪਲਾਨ ਵੇਖੋ। ਸ਼ੈਤਾਨ ਨੇ ਝੂਠਾ ਵੀ ਨਹੀਂ ਪੈਣਾ। ਫੈਸਲਾ ਕਿਹਦਾ ਵਾ? ਜੀ ਮੈਂ ਨਹੀਂ ਕਰਨੀ ਤੌਬਾ ਤੁਹਾਡਾ ਹੀ ਆ, ਤੁਹਾਡੇ ਫੈਸਲੇ ਨੂੰ ਤੁਹਾਡੇ ਅੰਗੇਸਟ। तौबा करके बपतिस्मा लईए, आज ही लईए, आज ही मन बनाइए, आज ही रिपेंट करिए, आज ही तौबा करिए, आज ही मन ਨੂੰ ਫਿਰਾਈਏ ਤਾਂ ਕਿ ਅੱਜ ਜੇਕਰ ਅੱਜ ਹੀ ਯਿਸੂ ਮਸੀਹ ਆ ਜਾਂਦੇ ਆ ਤੁਸੀਂ ਉਹਦੇ ਨਾਲ ਉਠਾਏ ਜਾਵੋ, ਸਵਰਗ ਦੇ ਵਿੱਚ ਜਾ ਸਕੋ।
ਆਮੀਨ ਆਮੀਨ। ਔਰ ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ ਐਂਟਰ ਕਰ ਸਕੋ, ਤਾਂ ਕਿ ਹਮੇਸ਼ਾ ਦੀ ਅੱਗ ਤੋਂ, ਹਮੇਸ਼ਾ ਦੇ ਸਤਾਵ ਤੋਂ ਬਚ ਸਕੋ। ਅਸੀਸੋ ਬਹੁਤ ਵਾਰੀ ਜਦੋਂ ਜਿਹੜੇ ਜ਼ਿਆਦਾ ਜੀਨੀਅਸ ਲੋਕ ਆ, ਜ਼ਿਆਦਾ ਇੰਟੈਲੀਜੈਂਟ ਲੋਕ ਆ, ਉਹਨਾਂ ਨੂੰ ਜਦੋਂ ਇਹ ਗੱਲ ਦੱਸੀ ਦੀ ਉਹ ਮੂਰਖ ਸਮਝਦੇ ਆ ਦੱਸਣ ਵਾਲੇ ਨੂੰ। ਮੈਂ ਤੁਹਾਨੂੰ ਦੱਸਾਂਗਾ ਨਾ, ਬਾਈਬਲ ਪ੍ਰੂਫ ਕਰਦੀ, ਬਾਈਬਲ ਦੱਸਦੀ ਆ ਨੂਹ ਦੇ ਸਮੇਂ ਦੇ ਵਿੱਚ ਪਰਮੇਸ਼ਰ ਨੇ ਨੂਹ ਨੂੰ ਕਿਹਾ ਕਿ ਨੂਹ, ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਜਲ ਪਰਲੋ ਲੈ ਕੇ ਆਉਣ ਵਾਲਾ ਆ, ਇੰਨੀ ਬਾਰਿਸ਼ ਹੋਵੇਗੀ, ਸਭ ਕੁਝ ਖਤਮ ਹੋ ਜਾਵੇਗਾ, ਸਾਰੇ ਜੀਵ ਜੰਤੂ, ਜਾਨਵਰ, ਪ੍ਰਾਣੀ, ਮਨੁੱਖ ਸਾਰੇ ਖਤਮ ਹੋ ਜਾਣੇ ਆ, ਤੂੰ ਆਪਣੇ ਲਈ ਕਿਸ਼ਤੀ ਤਿਆਰ ਕਰ ਜਿਹਦੇ ਵਿੱਚ ਤੂੰ ਤੇ ਤੇਰਾ ਘਰਾਣਾ ਬਚ ਸਕੋ। ਔਰ ਜਿਹੜਾ ਹਿਸਟਰੀ ਦੱਸਦੀ ਆ, ਉਸ ਸਮੇਂ ਪਾਣੀ ਦੀ ਕਮੀ ਹੋਈ ਪਈ ਸੀ, ਬੜੇ ਸਾਲ ਹੋ ਗਏ ਸੀ, ਇਹ ਵਰਖਾ ਨਹੀਂ ਸੀ ਹੋਈ, ਮੀਂਹ ਨਹੀਂ ਸੀ ਪਿਆ, ਔੜ ਲੱਗੀ ਹੋਈ ਸੀ। ਨੂਹ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਉਹਨੇ ਪਰਮੇਸ਼ਰ ਦੇ ਕਹਿਣ ਦੇ ਅਨੁਸਾਰ ਕਿਸ਼ਤੀ ਤਿਆਰ ਕਰਨੀ ਸ਼ੁਰੂ ਕੀਤੀ। ਤੇ ਹੁਣ ਦੇਖੋ ਕਿ ਲੋਕ ਉਦੋਂ ਵੀ ਕੀ ਕਹਿੰਦੇ ਹੋਣੇ ਆ ਉਹਨੂੰ, ਨੂਹ ਦਾ ਕੀ ਹੈ, ਦਿਮਾਗ ਖਰਾਬ ਆ, ਇਹ ਪਾਗਲ ਵਾ, ਸੋਕਾ ਪਿਆ ਹੋਇਆ, ਇਹ ਬਾੜ ਦੀਆਂ ਗੱਲਾਂ ਕਰਦਾ, ਇਹ ਕਸ਼ਤੀ ਦੀਆਂ ਗੱਲਾਂ ਕਰਦਾ। ਬਾਈਬਲ 'ਚ ਲਿਖਿਆ ਉਹ ਦਿਨ ਚੋਰ ਦੀ ਨਿਆਈ ਆਵੇਗਾ, ਜੋ ਤੁਹਾਨੂੰ ਚਿੱਤ ਚੇਤਾ ਵੀ ਨਹੀਂ ਹੋਵੇਗਾ, ਮਨੁੱਖ ਦਾ ਪੁੱਤਰ ਆਪਣੇ ਦੂਤਾਂ ਦੇ ਨਾਲ ਉਦੋਂ ਹੀ ਆ ਜਾਵੇਗਾ। ਹਾਲੇਲੂਇਆ ਹਾਲੇਲੂਇਆ। ਲੋਕ ਆਪਣੇ ਖਾਣ ਪੀਣ ਦੇ ਵਿੱਚ, ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਰੰਗ ਰਲੀਆਂ 'ਚ ਮਸਰੂਫ ਹੋਣਗੇ ਤੇ ਮਨੁੱਖ ਦਾ ਪੁੱਤਰ ਉਸ ਦਿਨ ਆ ਜਾਵੇਗਾ। ਹਾਲੇਲੂਇਆ 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 ਹਾਲੇਲੂਇਆ। ਯਾਦ ਰੱਖੋ ਫਿਰ ਜਿਹੜਾ ਨੂਹ ਨੇ ਪਰਮੇਸ਼ਵਰ ਦੇ ਕਹਿਣ ਦੇ ਅਨੁਸਾਰ ਦੇ ਵਚਨ ਤੇ ਪ੍ਰਤੀਤ ਕਰਕੇ ਆਪਣੇ ਲਈ ਕਸ਼ਤੀ ਬਣਾਉਣੀ ਸ਼ੁਰੂ ਕੀਤੀ। ਪਰਮੇਸ਼ਵਰ ਨੇ ਕਿਹਾ ਫਿਰ ਹੁਣ ਤੂੰ ਇੱਕ ਇੱਕ ਜੋੜਾ ਸਾਰੇ ਜਾਨਵਰਾਂ ਦਾ ਤੇ ਆਪਣੇ ਪਰਿਵਾਰ ਨੂੰ ਲੈ ਕੇ ਚੜ ਜਾ ਤੇ ਅੰਦਰੋਂ ਦਰਵਾਜ਼ਾ ਕੀ ਕਰ ਲਾ, ਬੰਦ ਕਰ ਲਾ। ਹਾਲੇਲੂਇਆ। ਔਰ ਜਿਸ ਤਰ੍ਹਾਂ ਨੂਹ ਨੇ ਇਦਾਂ ਕੀਤਾ, ਉਹਦਾ ਪਰਿਵਾਰ, ਉਹਦੇ ਬੱਚੇ, ਉਹਦੀਆਂ ਨੂੰਹਾਂ, ਉਹਦੀ ਬੀਵੀ ਸਾਰੇ ਚੜ ਗਏ। ਬਾਈਬਲ 'ਚ ਲਿਖਿਆ ਆ ਕਿ 40 ਦਿਨਾਂ ਤੱਕ ਬਾਰਿਸ਼ ਹੋਈ ਔਰ ਇੰਨੀ ਬਾਰਿਸ਼ ਹੋਈ ਸਾਰੀ ਧਰਤੀ ਨੂੰ ਉਹਨੇ ਢੱਕ ਲਿਆ, ਸਾਰੇ ਮਨੁੱਖ ਜਾਤੀ, ਹਰ ਇੱਕ ਜੀਵ ਜੰਤੂ, ਸਭ ਕੁਝ ਹੀ ਖਤਮ ਹੋ ਗਿਆ, ਸਭ ਕੁਝ ਹੀ ਮਰ ਗਿਆ। ਲੇਕਿਨ ਜਿਹਨੇ ਪਰਮੇਸ਼ਵਰ ਦੇ ਵਰਡ ਦੀ ਪ੍ਰਤੀਤ ਕੀਤੀ, ਤਾਂ ਮੈਂ ਦੱਸਣਾ ਚਾਹੁੰਦਾ, ਅਗਰ ਲੋਕ ਉਸ ਸਮੇਂ ਨੂਹ ਦੇ ਵਚਨ ਦੀ ਪ੍ਰਤੀਤ ਕਰਦੇ ਕਿ ਨੂਹ ਨੂੰ ਪਰਮੇਸ਼ਵਰ ਨੇ ਗੱਲ ਕੀਤੀ, ਨੂਹ ਦੇ ਨਾਲ ਉਹਨੂੰ ਵਚਨ ਦਿੱਤਾ ਆ, ਜਿਹੜੇ ਲੋਕ ਉਸ ਸਮੇਂ ਵੀ ਪਰਮੇਸ਼ਵਰ ਦੀ ਪ੍ਰਤੀਤ ਕਰਦੇ, ਆਪਣੇ ਮਨਾਂ ਨੂੰ ਫਿਰਾਉਂਦੇ, ਤੌਬਾ ਕਰਦੇ, ਆਪਣੇ ਲਈ ਵੀ ਕਸ਼ਤੀ ਤਿਆਰ ਕਰਦੇ, ਉਹ ਵੀ ਬਚਾਏ ਜਾਣੇ ਸੀ। ਮੈਂ ਤੁਹਾਨੂੰ ਪ੍ਰੂਫ ਕਰਦਾ ਆ ਕਿੱਦਾਂ। ਬਾਈਬਲ ਦੱਸਦੀ ਆ ਕਿ ਜਦੋਂ ਇਸਰਾਏਲੀ ਮਿਸਰ ਤੋਂ ਨਿਕਲੇ ਆ, ਪਰਮੇਸ਼ਵਰ ਨੇ ਕਿਹਾ ਕਿ ਮੈਂ ਜਿਹੜੇ ਮਿਸਰ ਦੇ ਪਲੋਠੇ ਮਾਰਨ ਲੱਗਾ ਆ। ਤੇ ਬਾਈਬਲ ਦੱਸਦੀ ਆ ਜਦੋਂ ਬਹੁਤ ਸਾਰੇ ਮਿਸਰੀਆਂ ਨੇ ਵੀ ਪ੍ਰਤੀਤ ਕਰ ਲਈ, ਬਾਈਬਲ ਦੇ ਵਿੱਚ ਸਟੇਟਮੈਂਟ ਰਿਕਾਰਡ ਆ, ਜਿਹਨਾਂ ਮਿਸਰੀਆਂ ਨੇ ਵੀ ਪ੍ਰਤੀਤ ਕੀਤੀ, ਉਹ ਵੀ ਇਸਰਾਏਲੀਆਂ ਦੇ ਨਾਲ ਹੀ ਉਸ ਭੀੜ ਦੇ ਵਿੱਚ ਨਿਕਲ ਆਏ ਤੇ ਉਹ ਬਚਾਏ ਗਏ। ਹਾਲੇਲੂਇਆ ਹਾਲੇਲੂਇਆ। ਵਰਡ ਕਿਹਨਾਂ ਨੂੰ ਸੀਗਾ? ਇਸਰਾਏਲੀਆਂ ਨੂੰ। ਲੇਕਿਨ ਜਿਨ੍ਹਾਂ ਨੇ ਪ੍ਰਤੀਤ ਕੀਤੀ ਮਿਸਰੀਆਂ ਨੇ, ਉਹ ਵੀ ਨਾਲ ਹੀ ਬਚਾਏ ਗਏ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਨੇ ਯੂਨਾਨ ਨੂੰ ਕਿਹਾ ਕਿ ਮੈਂ ਆਉਣ ਵਾਲੇ 40 ਦਿਨਾਂ 'ਚ ਨਿਨਵਾ ਨੂੰ ਖਤਮ ਕਰਨ ਲਗਾਇਆ, ਜਾ ਕੇ ਲੋਕਾਂ ਨੂੰ ਦੱਸ ਦੇ। ਪਰਮੇਸ਼ਵਰ ਨੇ ਝੂਠ ਨਹੀਂ ਸੀ ਬੋਲਿਆ, ਪਰਮੇਸ਼ਵਰ ਨੇ ਫੈਸਲਾ ਕਰ ਲਿਆ ਸੀ, ਡਿਸਾਈਡ ਕਰ ਲਿਆ ਸੀ। ਲੇਕਿਨ ਜਦੋਂ ਨੂਹ ਨੇ ਜਿਹੜਾ ਯੂਨਾਨ ਨੇ ਜਾ ਕੇ ਨਿਨਵਾ ਦੇ ਵਿੱਚ ਹੋਕਾ ਦਿੱਤਾ, ਪ੍ਰਚਾਰ ਕੀਤਾ ਕਿ ਆਪਣੇ ਮਨਾਂ ਨੂੰ ਫਿਰਾ ਲਓ, ਪਰਮੇਸ਼ਵਰ ਕਹਿੰਦਾ ਮੈਂ ਆਉਣ ਵਾਲੇ 40 ਦਿਨਾਂ 'ਚ ਨਿਨਵਾ ਨੂੰ ਤਬਾਹ ਕਰਨ ਲਗਾਇਆ। ਬਾਈਬਲ ਨੇ ਲਿਖਿਆ ਲੋਕਾਂ ਨੇ ਤੱਪੜ ਪਾ ਕੇ ਰੋਜ਼ੇ ਦੇ ਵਿੱਚ ਬੈਠ ਗਏ, ਆਪਣੇ ਸਿਰਾਂ ਦੇ ਵਿੱਚ ਉਹਨਾਂ ਨੇ ਸੁਆਹ ਪਾਈ। ਬਾਈਬਲ 'ਚ ਲਿਖਿਆ ਮੀਨਸ ਕਿ ਉਹ ਇਜ਼ਰਾਈਲੀ ਲੋਕ ਜਾਂ ਉਸ ਸਮੇਂ ਰੋਜ਼ਾ ਇਸ ਤਰੀਕੇ ਨਾਲ ਰੱਖਦੇ ਸੀ। ਕੁਝ ਚੀਜ਼ਾਂ ਸੀਗੀਆਂ, ਆਪਾਂ ਉਧਰ ਨਹੀਂ ਜਾਵਾਂਗੇ। ਉਹਨਾਂ ਨੇ ਆਪਣੇ ਮਨਾਂ ਨੂੰ ਫਿਰਾਇਆ, ਤੋਬਾ ਕੀਤੀ, ਪਰਮੇਸ਼ਵਰ ਦੇ ਵੱਲ ਝੁਕੇ, ਔਰ ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਸਾਰੇ ਨਿਨਵਾਨ ਉਹਨਾਂ ਲੋਕਾਂ ਨੂੰ ਬਖਸ਼ ਦਿੱਤਾ। ਹਾਲੇਲੂਇਆ 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 ਹਾਲੇਲੂਇਆ। ਅੱਜ ਆਪਣੇ ਮਨਾਂ ਨੂੰ ਫਿਰਾਉਣ ਦੀ ਲੋੜ ਆ।
ਅੱਜ ਆਪਣਾ ਮਨ ਫਿਰਾਓ ਕਰਨ ਦੀ ਲੋੜ ਆ, ਤੌਬਾ ਕਰਨ ਦੀ ਲੋੜ ਆ। ਅਗਰ ਆਪਾਂ ਉਸ ਆਉਣ ਵਾਲੇ ਕਸ਼ਟ ਤੋਂ ਬਚਣਾ ਚਾਹੁੰਦੇ ਆ, ਆਉਣ ਵਾਲੀ ਤਬਾਹੀ ਤੋਂ ਬਚਣਾ ਚਾਹੁੰਦੇ ਆ, ਉਸ ਨਰਕ ਦੀ ਅੱਗ ਤੋਂ ਬਚਣਾ ਚਾਹੁੰਦੇ ਆ, ਇਹਦਾ ਹੋਰ ਕੋਈ ਦੂਸਰਾ ਅਲਟਰਨੇਟਿਵ ਇਹਦਾ ਕੁਝ ਵੀ ਨਹੀਂਗਾ। ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਮੈਂ ਉਹ ਰਸਤਾ ਜਿਹੜਾ ਪਿਤਾ ਦੇ ਕੋਲ ਜਾਂਦਾ, ਮੇਰੇ ਤੋਂ ਬਿਨਾ ਕੋਈ ਉੱਥੇ ਹੋਰ ਆ ਨਹੀਂ ਸਕਦਾ, ਮੇਰੇ ਵਸੀਲੇ ਦੇ ਬਿਨਾ ਕੋਈ ਉੱਥੇ ਆ ਨਹੀਂ ਸਕਦਾ। ਯਿਸੂ ਮਸੀਹ ਨੇ ਧਰਤੀ ਤੇ ਆ ਕੇ ਤੁਹਾਡੇ ਲਈ ਔਰ ਮੇਰੇ ਲਈ ਸਵਰਗ ਨੂੰ ਛੱਡ ਕੇ ਆਏ, ਦੁੱਖ ਉਠਾਇਆ, ਆਪਣਾ ਖੂਨ ਵਹਾਇਆ ਤਾਂ ਕਿ ਅਸੀਂ ਮੁਕਤੀ ਨੂੰ ਪਾ ਸਕੀਏ। ਅੱਜ ਅਸੀਂ ਬਚਾਏ ਗਏ ਹਾਂ, ਬਚਾਏ ਜਾਣੇ ਆ ਕਿਸ ਚੀਜ਼ ਦੇ ਦੁਆਰਾ? ਯਿਸੂ ਮਸੀਹ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਕੇ, ਪ੍ਰਤੀਤ ਕਰਕੇ। ਹਾਲੇਲੂਇਆ, ਹਾਲੇਲੂਇਆ। ਬਾਈਬਲ ਦੱਸਦੀ ਹੈ ਅਸੀਂ ਆਪਣੇ ਅਮਲਾਂ ਤੋਂ ਨਹੀਂ ਬਲਕਿ ਯਿਸੂ ਮਸੀਹ ਤੇ ਵਿਸ਼ਵਾਸ ਕਰਕੇ ਬਚਾਏ ਗਏ ਹਾਂ। ਥੈਂਕ ਯੂ ਜੀਸਸ। ਅਸੀਂ ਜੋ ਅੱਜ ਸਾਨੂੰ ਲੋੜ ਆ ਆਪਣੇ ਮਨਾਂ ਨੂੰ ਫਿਰਾਉਣ ਦੀ। ਮੈਂ ਪਹਿਲਾਂ ਕਿਹਾ ਕਿ ਰਿਪੈਂਟ, ਤੌਬਾ ਉਹ ਨਹੀਂ ਕਿ ਤੁਸੀਂ ਇੱਕ ਰੀਤ ਪੂਰੀ ਕਰ ਲਈ ਸੀ, ਬਪਤਿਸਮਾ ਲੈ ਲਿਆ ਸੀ, ਉਸ ਤੋਂ ਬਾਅਦ ਫਿਰ ਤੁਹਾਡੀ ਲਾਈਫ ਹੋ ਗਈ। ਨੋ, ਆਪਣੇ ਮਨ ਨੂੰ ਫਿਰਾਉਣਾ। ਅਗਰ ਪਹਿਲਾਂ ਸਿਗਰਟ ਪੀਂਦੇ ਸੀ ਹੁਣ ਨਹੀਂ ਪੀਣੀ, ਪਹਿਲਾਂ ਵਿਆਭਿਚਾਰ ਸੀਗੇ ਹੁਣ ਉਸ ਨੂੰ ਛੱਡ ਦੇਣਾ, ਨਸ਼ੇ ਕਰਦੇ ਸੀ ਹੁਣ ਨਸ਼ੇ ਨਹੀਂ ਕਰਨੇ। ਇਹ ਮਨ ਫਿਰਾਉਣਾ ਆ, ਇਹ ਤੌਬਾ ਆ। ਔਰ ਐਸੀ ਕਲੀਸਿਆ, ਐਸੇ ਲੋਕ स्वर्ग ਦੇ ਵਿੱਚ ਜਾਣਗੇ ਜਿਹਨੇ ਆਪਣੇ ਮਨ ਨੂੰ ਫਿਰਾ ਕੇ ਬਪਤਿਸਮਾ ਲਿਆ ਹੋਵੇਗਾ। ਅਸੀਂ ਜੋ ਇਸ ਕੱਲ ਪਰਸੋਂ ਵਾਲੇ ਚੱਕਰ ਤੋਂ ਬਾਹਰ ਆ ਜਾਵੋ, ਮੈਂ ਥੋੜਾ ਠਹਿਰ ਕੇ ਕਰਾਂਗਾ, ਇਸ ਚੱਕਰ ਦੇ ਵਿੱਚੋਂ ਬਾਹਰ ਆ ਜਾਵੋ। ਅੱਜ ਹੀ ਨਿਰਣੇ ਲਓ, ਅੱਜ ਹੀ ਫੈਸਲਾ ਕਰੋ, ਕਿਉਂਕਿ ਜੋ ਬਾਈਬਲ ਹਾਲਾਤ, ਜੋ ਸਾਇੰਸ ਦੱਸਦੀ ਆ ਕਿ ਅੰਤੇ ਦਿਨਾਂ ਦੇ ਕਿੱਦਾਂ ਦੇ ਨਿਸ਼ਾਨ ਹੋਣਗੇ, ਅੱਜ ਉਹ ਨਿਸ਼ਾਨ ਪੂਰੇ ਹੋ ਰਹੇ ਆ। ਹਾਲੇਲੂਇਆ, 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 ਹਾਲੇਲੂਇਆ। ਲੇਕਿਨ ਅੱਜ ਇਨਸਾਨ ਨੂੰ ਇਸ ਚੀਜ਼ ਬਾਰੇ ਸੋਚਣ ਦੇ ਲਈ ਫੁਰਸਤ ਹੀ ਨਹੀਂਗੀ। ਅੱਜ ਇਨਸਾਨ ਦੀ ਦੌੜ ਇੰਨੀ ਤੇਜ਼ ਲੱਗੀ ਹੋਈ ਆ, ਇੰਨੀਆਂ ਜ਼ਿਆਦਾ ਉਹ ਬਿਜ਼ੀ ਹੋਇਆ ਪਿਆ ਵਾ ਕਿ ਆਪਣੀ ਸਪਿਰਿਟ, ਆਪਣੀ ਸੋਲ, ਆਪਣੀ ਆਤਮਾ ਦੇ ਲਈ ਉਹਦੇ ਕੋਲ ਸੋਚਣ ਦੇ ਲਈ ਸਮਾਂ ਹੀ ਹੈ ਨਹੀਂਗਾ। ਉਹਦੇ ਕੋਲ ਇਸ ਚੀਜ਼ ਦਾ ਕੋਈ ਸਮਾਂ ਹੀ ਹੈ ਨਹੀਂਗਾ ਕਿ ਉਹ ਸੋਚ ਸਕੇ ਕਿ ਮੈਂ ਇੱਕ ਦਿਨ ਇਸ ਧਰਤੀ ਤੋਂ ਜਾਣਾ, ਮੈਂ ਕਿੱਥੇ ਜਾਵਾਂਗਾ। ਪੌਲੁਸ ਕਹਿੰਦਾ ਜੇ ਸਾਡੀ ਆਸ ਨਿਰੀ ਇਸ ਧਰਤੀ ਤੇ ਆ ਤੇ ਕਹਿੰਦਾ ਫੇ ਆਓ ਖਾਈਏ ਪੀਏ ਆਨੰਦ ਕਰੀਏ ਤੇ ਆਪਾਂ ਇੱਕ ਦਿਨ ਮਰ ਜਾਈਏ। ਕਿਉਂ ਫਿਰ ਕਾਹਤੋਂ ਆਪਾਂ ਐਵੇਂ ਆ ਨਹੀਂ ਕਰਨਾ, ਉਹ ਨਹੀਂ ਕਰਨਾ, ਏਦਾਂ ਨਹੀਂ ਕਰਨੀ, ਪਾਪ ਨਹੀਂ ਕਰਨਾ, ਚੋਰੀ ਨਹੀਂ ਕਰਨੀ। ਕਹਿੰਦਾ ਜੇ ਆਪਾਂ ਆਉਣ ਵਾਲੀ ਜ਼ਿੰਦਗੀ ਤੇ ਆਪਾਂ ਵਿਸ਼ਵਾਸ ਹੀ ਨਹੀਂਗਾ, ਫਿਰ ਕਹਿੰਦਾ ਆਓ ਖਾਈਏ ਪੀਏ ਆਨੰਦ ਕਰੀਏ, ਉਮਰ ਭੋਗੀਏ ਤੇ ਇੱਕ ਦਿਨ ਆਪਾਂ ਫਿਰ ਮਰ ਜਾਈਏ। ਹਾਲੇਲੂਇਆ। ਕਿਉਂਕਿ ਬਾਈਬਲ ਬਿਆਨ ਕਰਦੀ ਆ ਮਰਨ ਤੋਂ ਬਾਅਦ ਵੀ ਇੱਕ ਜ਼ਿੰਦਗੀ ਆ, ਜਾਂ ਹਮੇਸ਼ਾ ਹਮੇਸ਼ਾ ਦਾ ਆਨੰਦ, ਜਾਂ ਹਮੇਸ਼ਾ ਹਮੇਸ਼ਾ ਦਾ ਨਾ ਖਤਮ ਹੋਣ ਵਾਲਾ ਕਸ਼ਟ ਔਰ ਦੁੱਖ। ਹਾਲੇਲੂਇਆ, 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 ਹਾਲੇਲੂਇਆ। ਅਸੀਂ ਤਾਂ ਆਪਣੇ ਮਨਾਂ ਨੂੰ, ਬਾਈਬਲ 'ਚ ਲਿਖਿਆ ਜੇ ਅੱਜ ਤੁਸੀਂ ਉਹਦੀ ਆਵਾਜ਼ ਨੂੰ ਸੁਣੋ ਤੇ ਆਪਣੇ ਮਨਾਂ ਨੂੰ ਕਠੋਰ ਨਾ ਕਰੋ। ਆਪਣੇ ਮਨਾਂ ਨੂੰ ਕੀ ਨਾ ਕਰੋ? ਕਠੋਰ ਨਾ ਕਰੋ। ਹਾਲੇਲੂਇਆ, ਹਾਲੇਲੂਇਆ। ਅਸੀਂ ਤਾਂ ਅੱਜ ਪ੍ਰਤੀਤ ਕਰੀਏ ਉਹਦੇ ਵਚਨ ਤੇ, ਅਸੀਂ ਉਹਦੇ ਵਚਨ ਤੇ ਬਿਲੀਵ ਕਰੀਏ, ਆਪਣੇ ਮਨਾਂ ਨੂੰ ਚੇਂਜ ਕਰੀਏ, ਤੌਬਾ ਕਰੀਏ, ਰਿਪੈਂਟ ਕਰੀਏ, ਤਾਂ ਕਿ ਤੁਸੀਂ ਉਹਦੇ ਸਵਰਗ ਰਾਜ ਦੇ ਅਧਿਕਾਰੀ ਹੋ ਸਕੋ। ਆਮੀਨ, ਆਮੀਨ। ਨੋਹ ਨੇ ਪ੍ਰਤੀਤ ਕੀਤੀ, ਉਹਦਾ ਪਰਿਵਾਰ ਬਚਾਇਆ ਗਿਆ। ਪਾਣੀ ਦੀ ਪਰਲੋ ਆਈ, ਜਲ ਪਰਲੋ ਆਈ, ਸਾਰੀ ਧਰਤੀ ਨੂੰ ਤਬਾਹ ਕਰਤਾ, ਜਾਨਵਰਾਂ ਨੂੰ, ਡੰਗਰਾਂ ਨੂੰ ਖਤਮ ਕਰ ਦਿੱਤਾ, ਇਨਸਾਨਾਂ ਨੂੰ ਖਤਮ ਕਰ ਦਿੱਤਾ ਪਾਣੀ ਨੇ। ਲੇਕਿਨ ਸੇਮ ਪਾਣੀ ਨੇ ਨੋਹ ਦੀ ਕਿਸ਼ਤੀ ਨੂੰ ਉਚਾਈ ਤੇ ਚੱਕ ਦਿੱਤਾ। ਹਾਲੇਲੂਇਆ, ਹਾਲੇਲੂਇਆ। ਅਸੀਂ ਮਨ ਫਿਰਾਉਣੇ, ਪਰਮੇਸ਼ਰ ਨਾਲ ਸਹੀ ਰੀਤੀ ਨਾਲ ਚੱਲਦੇ ਆ, ਉਹ ਚੀਜ਼ਾਂ ਜਿਹੜੀਆਂ ਦੂਸਰੇ ਦੇ ਲਈ ਘਾਤਕ ਹੁੰਦੀਆਂ ਵਾ, ਦੂਸਰੇ ਦੇ ਲਈ ਖਤਰਨਾਕ ਹੁੰਦੀਆਂ ਵਾ, ਤੁਹਾਡੇ ਲਈ ਉਹੀ ਬਲੇਸਿੰਗ ਬਣ ਜਾਂਦੀਆਂ ਆ। ਸਾਰੀਆਂ ਚੀਜ਼ਾਂ ਮਿਲ ਕੇ ਤੁਹਾਡੇ ਲਈ ਕੀ ਕਰਦੀਆਂ? ਭਲਾਈ ਨੂੰ ਉਤਪੰਨ ਕਰਦੀਆਂ, ਪੈਦਾ ਕਰਦੀਆਂ। ਆਮੀਨ, ਆਮੀਨ। ਕਦੋਂ? ਜਦੋਂ ਅਸੀਂ ਸਹੀ ਰੀਤੀ ਦੇ ਨਾਲ ਆਪਣੇ ਮਨ ਨੂੰ ਫਿਰਾ ਕੇ ਤੌਬਾ ਕਰਕੇ ਬਪਤਿਸਮਾ ਲੈ ਕੇ ਪ੍ਰਭੂ ਦੇ ਨਾਲ ਚੱਲਦੇ ਆ। ਹਾਲੇਲੂਇਆ।
ਉਹ ਫਿਰ ਪਰਮੇਸ਼ਵਰ ਤੁਹਾਡਾ ਫਿਕਰ ਕਰਦਾ, ਪਰਮੇਸ਼ਵਰ ਤੁਹਾਡੀ ਅਗਵਾਈ ਕਰਦਾ, ਉਹਦਾ ਪਵਿੱਤਰ ਆਤਮਾ ਤੁਹਾਡੀ ਅਗਵਾਈ ਕਰਦਾ ਆ। ਹਾਲੇਲੂਇਆ। ਹਾਲੇਲੂਇਆ। ਯਾਦ ਰੱਖੀ, ਸਿਰਫ ਤੌਬਾ ਜਾਂ ਮਨ ਫਿਰਾਓ ਇਹ ਨਹੀਂਗਾ ਕਿ ਤੁਸੀਂ ਇੱਕ ਰੀਤ ਪੂਰੀ ਕਰ ਲਈ ਸੀ ਬਸ ਫਿਰ ਹੁਣ ਉਦਾਂ ਹੀ ਚੱਲ ਰਿਹਾ, ਹਾਲੇ ਕਦੀ ਇੱਧਰ ਤੇ ਕਦੀ ਉੱਧਰ ਨੂੰ। ਮਨ ਫਿਰਾਓ, ਮਨ ਫਿਰਾਓ, ਮਨ ਨੂੰ ਫਿਰਾਓ, ਪਰਮੇਸ਼ਵਰ ਦੀ ਵੱਲ ਮਨ ਨੂੰ ਲਗਾਓ, ਪਰਮੇਸ਼ਵਰ ਦੀ ਵੱਲ ਆਪਣੇ ਮਨ ਨੂੰ ਝੁਕਾਓ। ਹਾਲੇਲੂਇਆ। ਔਰ ਇਸ ਤਰ੍ਹਾਂ ਦਾ ਵਿਸ਼ਵਾਸੀ, ਇਸ ਤਰ੍ਹਾਂ ਦੀ ਲਾੜੀ, ਇਸ ਤਰ੍ਹਾਂ ਦੀ ਦੁਲਹਨ ਜਿਹੜੀ ਦੁਲਹੇ ਯਿਸੂ ਮਸੀਹ ਦੇ ਨਾਲ ਉਠਾਈ ਜਾਣੀ ਆ। ਆਮੀਨ। ਆਮੇਨ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਤੁਹਾਨੂੰ ਸਾਮਰਥ ਦੇਵੇ, ਤੁਹਾਨੂੰ ਅਨੁਗ੍ਰਹ ਦੇਵੇ। ਅੱਜ ਦੀ ਸ਼ਾਮ ਜਿੰਨੇ ਲੋਕ ਦੁਚਿੱਤੇਪਨ ਦੇ ਵਿੱਚ ਆ, ਹਾਲੇਲੂਇਆ, ਰਿਵਾਨੰਦਰੁਬੁ ਰੇਖੁ ਸਾਖੁ ਰੇਖਾ ਬਰਾਬਾ ਸ਼ੰਦਰੁਬੁ। प्रार्थना करिए अपने अखर बंद करके सब जन। परमेश्वर ਤੁਹਾਨੂੰ ਬੁੱਧੀ ਦੇਵੇ, ਪਰਮੇਸ਼ਵਰ ਤੁਹਾਨੂੰ ਅਨੁਗ੍ਰਹ ਦੇਵੇ ਕਿ ਤੁਸੀਂ ਆਪਣੇ ਮਨਾਂ ਨੂੰ ਫਿਰਾਓ। ਜਿੰਨੇ ਲੋਕ ਅੱਜ ਤੱਕ ਬਹੁਤ ਸਮੇਂ ਤੋਂ ਇਸੇ ਹੀ ਡਿਸੀਜਨ ਨਹੀਂ ਲੈ ਪਾ ਰਹੇ ਕਿ ਮੈਂ ਅੱਜ ਕਰਾਂਗਾ ਤੌਬਾ, ਕੱਲ ਨੂੰ ਕਰਾਂਗਾ, ਅੱਜ ਬਪਤਿਸਮਾ ਲਵਾਂਗਾ, ਕੱਲ ਨੂੰ ਲਵਾਂਗਾ, ਅੱਜ ਮੇਰੇ ਭਾਈ ਮੇਰੀ ਭੈਣ, ਅੱਜ ਮੇ ਵੀ ਯਿਸੂ ਮਸੀਹ ਅੱਜ ਹੀ ਰਾਤ ਆ ਜਾਣਾ। ਹਾਲੇਲੂਇਆ। ਤੁਸੀਂ ਜਾਣ ਰੱਖੋ, ਅਗਰ ਯਿਸੂ ਮਸੀਹ ਅੱਜ ਆ ਗਏ ਤੇ ਤੁਸੀਂ ਕਿੱਥੇ ਜਾਓਗੇ? ਯਿਸੂ ਮਸੀਹ ਦੇ ਨਾਲ ਜਾਂ ਨਰਕ ਦੇ ਵਿੱਚ। ਆਮੀਨ। ਆਮੇਨ। ਹਾਲੇਲੂਇਆ। ਹਾਲੇਲੂਇਆ। प्रार्थना करिए अपने अखर बंद करके। धन्यवाद यीशु। हालेलुया। रे बर्रा खुशी रिंद्रो बुनुंद्रा बर्रा बर्रा बसा बर्रा बर्रिखा साको रुकोबो रिबा खिला रबा रेखा साको रुको नुकोतोरो रिंद्रो बुनुंद्रा बसंद्रा बर्रा 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 बशा बर्रा बर्रा बाबा। बाइबल लिखा धर्मी जन अपने विश्वास के द्वारा जीवित रहता है। धर्मी जन विश्वास के द्वारा बचाया जाएगा। मेरा परमेश्वर आज दी शाम ताड़ी बुद्धि ਨੂੰ ਖੋਲੇ, ताड़े ਮਨਾਂ ਨੂੰ ਚੇਂਜ ਕਰੇ, ताड़े ਹਿਰਦਿਆਂ ਨੂੰ ਚੇਂਜ ਕਰੇ, ਉਹਦਾ ਪਵਿੱਤਰ ਆਤਮਾ ताड़े ਹਿਰਦਿਆਂ ਨੂੰ ਚੇਂਜ ਕਰੇ, ताड़े ਪੱਥਰ ਦੇ ਦਿਲ ਨੂੰ ਕੱਢ ਕੇ ਮਾਂਸ ਦਾ ਦਿਲ ਭਰ ਦੇਵੇ ਯਿਸੂ ਦੇ ਨਾਮ ਦੇ ਵਿੱਚ। ਮੇਰੇ ਭਾਈ ਮੇਰੇ ਭੈਣੋ, ਪਰਮੇਸ਼ਵਰ ਦੇ ਲੋਕ ਚਿਲਾ ਕੇ ਤੌਬਾ ਦਾ, ਸਵਰਗ ਦੇ ਰਾਜ ਦਾ ਪ੍ਰਚਾਰ ਕਰ ਰਹੇ ਆ। ਮੈਡੀਟੇਟ ਕਰਨਾ ਅੱਜ ਦੀ ਰਾਤ, ਅੱਜ ਦੀ ਸ਼ਾਮ। ਉਹਨਾਂ ਲੋਕਾਂ ਨੂੰ, ਉਹਨਾਂ ਦਾਸਾਂ ਨੂੰ ਕੀ ਫਾਇਦਾ ਅਗਰ ਤੁਸੀਂ ਸਵਰਗ ਦੇ ਵਿੱਚ ਨਹੀਂ ਜਾਵੋਗੇ ਤੇ ਪਰਮੇਸ਼ਵਰ ਨੂੰ ਕੀ ਘਾਟਾ ਆ? ਬਹੁਤ ਵਾਰੀ ਲੋਕਾਂ ਦਾ ਐਟੀਟਿਊਡ, ਉਹ ਕਹਿੰਦੇ ਲੈ ਇਹ ਮੈਨੂੰ ਇਦਾਂ ਹੀ ਬਸ ਸਦਾ ਹੀ ਇਹ ਕਹਿੰਦਾ ਰਹਿੰਦਾ ਤੌਬਾ ਕਰੋ। ਜਿਹੜਾ ਕਹਿ ਰਿਹਾ ਵਾ ਉਹਨੂੰ ਕੋਈ ਫਾਇਦਾ ਨਹੀਂਗਾ ਤੁਹਾਡੇ ਤੋਂ। ਪਰਮੇਸ਼ਵਰ ਆਪਣੇ ਲੋਕਾਂ ਦੇ ਦੁਆਰਾ ਗੱਲ ਕਰ ਰਿਹਾ, ਤੁਸੀਂ ਨਰਕ ਦੇ ਵਿੱਚ ਵੀ ਚਲੇ ਜਾਓਗੇ, ਪਰਮੇਸ਼ਵਰ ਨੂੰ ਕੋਈ ਘਾਟਾ ਨਹੀਂ ਗਾ। ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦਾ। ਕਿਉਂ? ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਹੈ। ਹਾਲੇਲੂਇਆ। 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 ਬਾਈਬਲ ਵਿੱਚ ਲਿਖਿਆ ਮਸੀਹ ਸਾਡੇ ਲਈ, ਯਿਸੂ ਮਸੀਹ ਸਾਡੇ ਲਈ ਉਦੋਂ ਮਰਿਆ ਜਦੋਂ ਅਸੀਂ ਪਾਪੀ ਹੀ ਸੀਗੇ। ਪਰਮੇਸ਼ਵਰ ਦਾ ਪਿਆਰ ਇਹ ਆ ਕਿ ਜਦੋਂ ਅਸੀਂ ਪਾਪੀ ਸੀਗੀ, ਪਾਪ ਦੇ ਵਿੱਚ ਹੀ ਸੀਗੇ, ਯਿਸੂ ਮਸੀਹ ਨੇ ਆਪਣੀ ਜਾਨ ਸਾਡੇ ਲਈ ਦੇ ਦਿੱਤੀ। ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਭੇਜ ਦਿੱਤਾ। ਆਮੀਨ। ਕਿਉਂ? ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਉਹਦੀ ਵੈਲਿਊ ਨੂੰ ਜਾਣਨੀ, ਉਹਦੀ ਮੌਤ, ਉਹਦੀ ਸਲੀਬ, ਉਹਦੇ ਜੀ ਉੱਠਣ ਦੀ ਵੈਲਿਊ ਨੂੰ ਜਾਣੀ। ਹਾਲੇਲੂਇਆ। ਇਹ ਸਮਾਂ ਬਹੁਤ ਨਿਕਟਾ, ਸਮਾਂ ਬਹੁਤ ਨਜ਼ਦੀਕ ਆ। ਮੈਂ ਨੂਹ ਦੇ ਬਾਰੇ ਦੱਸ ਰਿਹਾ ਸੀਗਾ। ਨੂਹ ਨੇ ਕਿਸ਼ਤੀ ਬਣਾਈ ਕਿ ਇਹਦਾ ਕੀ ਮਤਲਬ ਕਿ ਨੂਹ ਨੇ ਸਾਰੇ ਕੰਮ ਛੱਡ ਕੇ, ਰੋਟੀ ਪਾਣੀ ਛੱਡ ਕੇ, ਖਾਣਾ ਪੀਣਾ ਜਾਂ ਘਰ ਦੇ ਕੰਮ ਛੱਡ ਕੇ ਇਕੱਲਾ ਕਿਸ਼ਤੀ ਬਣਾਉਂਦਾ ਰਿਹਾ? ਨੋ, ਉਹਦੀ ਲਾਈਫ ਵੀ ਚੱਲਦੀ ਰਹੀ, ਲੇਕਿਨ ਨਾਲ ਉਹਨੇ ਕਿਸ਼ਤੀ ਦੇ ਲਈ ਵੀ ਟਾਈਮ ਕੱਢਿਆ। ਹਾਲੇਲੂਇਆ। ਅੱਜ ਤੁਸੀਂ ਪਰਿਵਾਰ ਨੂੰ ਵੀ ਚਲਾਉਣਾ, ਸਭ ਕੁਝ ਕਰੋ, ਲੇਕਿਨ ਯਾਦ ਰੱਖੋ ਕਿ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੈ। ਉਸ ਕਸ਼ਤੀ ਨੂੰ ਆਪਣੇ ਲਈ ਤਿਆਰ ਕਰੋ। ਆਮੀਨ। ਆਮੀਨ।